ਸਤਿ ਸ਼੍ਰੀ ਅਕਾਲ ਜੀ। ਬਾਣੀ ਲਿਖਣ ਦੀ ਲੋੜ ਕਿਉਂ ਪਈ? ਫੇਸਬੁੱਕ ਪੇਜ ਤੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਅੱਜ ਆਪਾਂ ਪਹੁੰਚੇ ਹਾਂ ਸੰਗਰੂਰ। ਸਾਡੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ CM ਭਗਵੰਤ ਸਿੰਘ ਮਾਨ ਜੀ ਦਾ ਇੱਥੇ ਰਿਹਾਇਸ਼ ਹੈ, ਇਧਰਲੀ ਸਾਈਡ। ਤੇ ਇੱਥੇ ਨਾ ਧਰਨਾ ਲੱਗਿਆ ਹੈ, ਪੰਜਾਬ ਦੀ ਲੜਕੀਆਂ ਵੱਲੋਂ ਲਾਇਆ ਗਿਆ। ਇਹ ਕੋਵਿਡ ਵਾਰੀਅਰ ਦੇ ਨਾਮ ਦੇ ਹੇਠ ਇਹਨਾਂ ਦੀ ਭਰਤੀ ਕੀਤੀ ਗਈ ਸੀ। ਜਿਸ ਟਾਈਮ ਪੂਰੀ ਦੁਨੀਆ ਕਰੋਨਾ ਮਹਾਮਾਰੀ ਨੇ ਘੇਰੀ ਹੋਈ ਸੀ, ਉਸ ਟਾਈਮ ਇਹਨਾਂ ਯੋਧਿਆਂ ਨੇ, ਇਹ ਜਿਹੜੀਆਂ ਬਹਾਦਰ ਲੜਕੀਆਂ ਨੇ, ਲੋਕਾਂ ਦੀ ਜਾਨ ਬਚਾਉਣ ਦੇ ਲਈ ਉਸ ਮੱਚਦੀ ਹੋਈ ਅੱਗ ਦੇ ਵਿੱਚ ਕੁੱਦੀਆਂ। ਠੀਕ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਉਸ ਟਾਈਮ ਜਦੋਂ ਇਹਨਾਂ ਦੀ ਭਰਤੀ ਕੀਤੀ ਗਈ ਤਾਂ ਇਹਨਾਂ ਨੂੰ ਇੱਕ ਟੈਗ ਦੇ ਨਾਮ ਹੇਠ ਇਹਨਾਂ ਦੀ ਭਰਤੀ ਕੀਤੀ ਗਈ ਸੀ, ਕੋਵਿਡ ਵਾਰੀਅਰਸ। ਤੇ ਇਹਨਾਂ ਨੂੰ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ। ਇਹਨਾਂ ਦੀ ਬਕਾਇਦਾ ਕਾਉਂਸਲਿੰਗ ਹੋਈ ਸੀ ਤੇ ਉਸ ਦੇ ਵਿੱਚ ਇਹਨਾਂ ਦੀ ਸਿਲੈਕਸ਼ਨ ਹੋਈ ਸੀ। ਇਹਨਾਂ ਦਾ ਸਾਰੀ A to Z ਪ੍ਰਕਿਰਿਆ ਹੋਈ ਸੀ ਵਿਦਆਊਟ ਪੇਪਰ। ਤੇ ਉਸ ਵਕਤ ਜਦੋਂ ਇਹਨਾਂ ਦੀ ਭਰਤੀ ਹੋਈ ਸੀ ਤਾਂ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਡਾ ਪੇਪਰ ਨਹੀਂ ਲਿਆ ਜਾਊਗਾ, ਕਿਉਂਕਿ ਇਸ ਟਾਈਮ ਕਰੋਨਾ ਦੀਆਂ ਗਾਈਡਲਾਈਨਸ ਨੂੰ ਦੇਖਦੇ ਹੋਏ ਵੀ ਪੇਪਰ ਲੈਣ ਦੀ ਹਾਲਤ ਦੇ ਵਿੱਚ ਆਪਣੀ ਜਿਹੜੀ ਸਰਕਾਰ ਆ ਉਹ ਨਹੀਂ ਹੈਗੀ, ਕਿਉਂਕਿ ਉਸ ਟਾਈਮ ਕਰੋਨਾ ਮਹਾਮਾਰੀ ਦਾ ਪ੍ਰਭਾਵ ਵੀ ਇੰਨਾ ਜ਼ਿਆਦਾ ਸੀ। ਤੇ ਇਹਨਾਂ ਬੱਚੀਆਂ ਨੇ ਦਿਨ ਰਾਤ ਹਸਪਤਾਲਾਂ ਦੇ ਵਿੱਚ ਡਿਊਟੀ ਕੀਤੀ, ਮਰੀਜ਼ਾਂ ਦੀ ਦੇਖਭਾਲ ਕੀਤੀ ਤੇ ਪੰਜਾਬ ਨੂੰ ਉਸ ਕਰੋਨਾ ਮਹਾਮਾਰੀ ਦੀ ਅੱਗ ਦੇ ਵਿੱਚੋਂ ਬਹੁਤ ਸੁਰੱਖਿਅਤ ਕੱਢਿਆ। ਤੇ ਉਸ ਦੇ ਮੱਦੇਨਜ਼ਰ ਇਹਨਾਂ ਨੂੰ 1.5 ਸਾਲ ਜੋਬ ਕਰਵਾਈ ਗਈ। 1.5 ਸਾਲ ਇਹਨਾਂ ਨੇ ਜੋਬ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ 30 ਸਤੰਬਰ ਨੂੰ ਕੈਪਟਨ ਸਾਹਿਬ ਵੱਲੋਂ ਇਹਨਾਂ ਨੂੰ ਰਿਫਿਊਜ਼ ਕੀਤਾ ਗਿਆ, ਯਾਨੀ ਕਿ ਇਹਨਾਂ ਨੂੰ ਕੈਂਸਲ ਕਰ ਦਿੱਤੀ ਗਈ ਇਹਨਾਂ ਦੀ ਭਰਤੀ, ਵੀ ਇਹਨਾਂ ਨੂੰ ਦੁਬਾਰਾ ਰੀਜੁਆਇਨ ਨਹੀਂ ਕਰਾਇਆ ਗਿਆ। ਤੇ ਆਪਾਂ ਅੱਜ ਗੱਲ ਕਰਦੇ ਹਾਂ ਇਹਨਾਂ ਬੀਬੀਆਂ ਨਾਲ, ਬੱਚੀਆਂ ਦੇ ਨਾਲ, ਵੀ ਕੀ ਗੱਲ ਹੋਈ ਤੇ ਇਸ ਟਾਈਮ ਇਹਨਾਂ ਦਾ ਪ੍ਰੋਸੈਸ ਕੀ ਚੱਲ ਰਿਹਾ ਹੈ ਤੇ ਇਹਨਾਂ ਦਾ ਧਰਨਾ ਕਿੱਥੇ ਕੁ ਪਹੁੰਚਿਆ ਤੇ ਕੀ ਇਹਨਾਂ ਦੀਆਂ ਸਰਕਾਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਨਹੀਂ ਹੋਈ, ਕਿਉਂਕਿ ਸਰਕਾਰਾਂ ਤਿੰਨ ਮੁੱਖ ਮੰਤਰੀ ਬਦਲ ਗਏ ਆ ਜਿਸ ਟਾਈਮ ਤੋਂ ਇਹ ਕੰਮ ਕਰ ਰਹੇ ਨੇ। ਇਹਨਾਂ ਦਾ ਪ੍ਰੋਸੈਸ ਚੱਲ ਰਿਹਾ। ਪਹਿਲਾਂ ਕੈਪਟਨ ਸਾਹਿਬ ਰਹੇ, ਉਹਨਾਂ ਨੇ ਹੀ ਇਹਨਾਂ ਦੀ ਭਰਤੀ ਕਰੀ ਸੀ। ਉਸ ਤੋਂ ਬਾਅਦ ਦੇ ਵਿੱਚ ਚੰਨੀ ਸਾਹਿਬ ਰਹੇ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ। ਤੇ ਇਹਨਾਂ ਨੂੰ ਪੁੱਛਦੇ ਹਾਂ ਆਪਾਂ ਵੀ ਇਹਨਾਂ ਦੀ ਕਿਸੇ ਨੇ ਕੋਈ ਸੁਣਵਾਈ ਕੀਤੀ ਆ ਕਿ ਨਹੀਂ ਕੀਤੀ। ਤੇ ਸਾਧ ਸੰਗਤ, ਇੱਕ ਗੁਰਬਾਣੀ ਦਾ ਸ਼ਬਦ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗੁਰਬਾਣੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਨਾਰੀ ਨੂੰ ਬਹੁਤ ਵੱਡੀ ਉਪਾਧੀ ਦਿੱਤੀ ਗਈ ਆ। ਤੇ ਅੱਜ ਦੀ ਜਿਹੜੀ ਨਾਰੀ ਆ, ਨੌਜਵਾਨ ਬੱਚੀਆਂ ਨੇ, ਉਹ ਇੱਥੇ 42-43 ਡਿਗਰੀ ਟੈਂਪਰੇਚਰ ਦੇ ਵਿੱਚ, ਨਾ ਸਿਰ ਤੇ ਕੋਈ ਛੱਤ ਹੈ, ਨਾ ਪਾਣੀ ਦਾ ਪ੍ਰਬੰਧ ਹੈ, ਨਾ ਬਿਜਲੀ ਦਾ ਪ੍ਰਬੰਧ ਹੈ। ਇੱਥੇ ਬਿਲਕੁਲ ਰੋਡ ਦੇ ਕਿਨਾਰੇ, ਇਹ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਿਹੜਾ ਹਾਈਵੇ ਜੋੜਦਾ ਹੈ ਇੱਥੇ ਸੰਗਰੂਰ, ਉਸ ਦੇ ਉੱਪਰ ਇਹਨਾਂ ਦਾ ਧਰਨਾ ਲੱਗਿਆ ਹੋਇਆ ਤੇ ਕੋਈ ਸਿਕਿਉਰਿਟੀ ਨਹੀਂ ਆਲੇ ਦੁਆਲੇ। ਤੇ ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਮੰਗਾਂ ਨੇ ਇਹਨਾਂ ਦੀਆਂ। ਆ ਜਾਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੇ ਭੈਣ ਜੀ, ਤੁਸੀਂ ਧਰਨਾ ਲਾਇਆ ਹੋਇਆ ਇੱਥੇ, ਹਾਂਜੀ ਕਿਸ ਮਕਸਦ ਨੂੰ ਲਾਇਆ ਹੋਇਆ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਧਰਨਾ ਲਾਇਆ? ਸਰ, ਮੇਰਾ ਨਾਮ ਖੁਸ਼ਦੀਪ ਕੌਰ ਹੈ। ਜੀ। ਮੈਂ ਪਟਿਆਲਾ ਰਜਿੰਦਰਾ ਹਸਪੀਟਲ ਤੋਂ ਕਰੋਨਾ ਕਾਲ ਦੇ ਵਿੱਚ ਰੱਖੇ ਨਰਸਿੰਗ ਸਟਾਫ ਵਿੱਚੋਂ ਇੱਕ ਹਾਂ। ਤੇ ਸਰ, ਸਾਨੂੰ ਇੱਥੇ ਅੱਜ 4 ਤਰੀਕ ਨੂੰ, ਅਸੀਂ ਪਿਛਲੀ 4 ਨੂੰ ਇੱਥੇ ਧਰਨਾ ਲਗਾਇਆ ਸੀਗਾ, ਜਿਹੜਾ ਭਗਵੰਤ ਮਾਨ ਸਾਹਿਬ ਦੀ ਰਿਹਾਇਸ਼ ਦੇ ਬਾਹਰ। ਤੇ ਜੀ। ਅੱਜ ਤਕਰੀਬਨ 1 ਮਹੀਨੇ ਤੋਂ ਉੱਤੇ ਹੋ ਚੁੱਕਿਆ ਸਾਨੂੰ ਇੱਥੇ ਧਰਨਾ ਲਗਾਇਆ ਨੂੰ। ਜੀ। ਤੇ ਸਰ, ਜਿਹੜੀ ਸਾਡੀ ਮੇਨ ਮੰਗ ਹੈ ਉਹ ਇਹੀ ਹੈ ਕਿ ਸਾਨੂੰ ਸਾਡੀਆਂ ਜਿਹੜੀਆਂ ਕਿ ਡਿਊਟੀ ਤੋਂ, ਜਿਹੜੀ ਕਿ 30 ਸਤੰਬਰ 2021 ਨੂੰ ਸਾਨੂੰ ਸਾਡੀਆਂ ਡਿਊਟੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਚੰਨੀ ਸਰਕਾਰ ਵੱਲੋਂ। ਤਾਂ ਸਾਡੀ ਮੇਨ ਮੰਗ ਇਹੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਸਾਡੀਆਂ ਡਿਊਟੀਆਂ ਦਾ ਜਿਹੜਾ ਬਹਾਲ ਕੀਤਾ ਜਾਵੇ ਤੇ ਸਾਨੂੰ ਅੱਗੇ ਰੈਗੂਲਰ ਦਾ ਪ੍ਰੋਸੈਸ ਸਾਡਾ ਸਟਾਰਟ ਕਰੇ। ਤੇ ਭੈਣ ਜੀ, ਜਿਹੜੀ ਤੁਹਾਡੀ ਭਰਤੀ ਹੈ ਇਹ ਕਦੋਂ ਕੀਤੀ ਗਈ ਤੇ ਕਿਸ ਨਾਮ ਹੇਠ ਕੀਤੀ ਗਈ? ਸਰ, ਸਾਡੀ ਜਿਹੜੀ ਭਰਤੀ ਹੈ ਸਰ, ਕਰੋਨਾ ਵਾਰੀਅਰ ਸਾਨੂੰ ਇੱਕ ਟੈਗ ਦਿੱਤਾ ਗਿਆ ਸੀਗਾ, ਜਿਹਦੇ ਥਰੂ ਕਿ ਮਿਸ਼ਨ ਫਤਿਹ ਕੀਤੇ ਗਏ, ਜਿਹੜੇ ਕਿ ਵੱਡੇ ਵੱਡੇ ਇਹਨਾਂ ਨੇ ਦਾਅਵੇ ਕੀਤੇ ਸੀ ਕਿ ਅਸੀਂ ਮਿਸ਼ਨ ਫਤਿਹ ਕੀਤੇ ਨੇ। ਤੇ ਸਰ, ਅਸੀਂ ਉਹੀ ਕਰੋਨਾ ਵਾਰੀਅਰਸ ਹਾਂ ਜਿਨ੍ਹਾਂ ਨੇ ਉਸ ਟਾਈਮ ਸਰਕਾਰ ਦਾ ਸਾਥ ਦਿੱਤਾ ਤੇ ਆਪਣਾ ਉਹਨਾਂ ਨੂੰ ਹੈਲਪ ਕੀਤੀ ਜਿਹੜਾ ਕਰੋਨਾ ਨੂੰ ਫਤਿਹ ਕਰਨ ਦੇ ਵਿੱਚ। ਤੇ ਸਰ, ਜਿਹੜੀ ਸਾਡੀ ਭਰਤੀ ਹੈ ਬਾਬਾ ਫਰੀਦ ਦੇ ਥਰੂ ਹੋਈ ਵੀ ਹੈ। ਸਾਡੀ ਸਰ ਐਡਵਰਟੀਜ਼ਮੈਂਟ, ਬਕਾਇਦਾ ਐਡਵਰਟੀਜ਼ਮੈਂਟ ਹੋਈ ਸੀਗੀ, ਉਹਦੇ ਵਿੱਚੋਂ ਚਲਾਨ ਫਿਲ ਕੀਤੇ ਗਏ ਨੇ ਤੇ ਸਰ ਪੁਲਿਸ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ। ਤਾਂ ਸਰ, ਪੂਰਾ ਪ੍ਰੋਸੈਸ ਦੇ ਥਰੂ ਸਾਡੀ ਜਿਹੜੀ ਭਰਤੀ ਕੀਤੀ ਗਈ ਹੈ। ਯਾਨੀ ਕਿ ਜਿੱਦਾਂ ਸਾਰੀਆਂ ਨਾਰਮਲ ਭਰਤੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਤੁਹਾਡੀ ਭਰਤੀ ਕੀਤੀ ਗਈ ਹਾਂਜੀ ਸੀ। ਤੇ ਉਹਦੇ ਵਿੱਚ ਕਮੀ ਕੀ ਰੱਖੀ ਗਈ ਸੀ?
ਸਰ ਕਮੀ ਸਿਰਫ ਉਹਦੇ ਵਿੱਚ ਇੱਕ ਇਹ ਸੀ ਕਿ ਸਾਡਾ ਜਿਹੜਾ ਐਗਜ਼ਾਮ ਹੈ ਉਹ ਨਹੀਂ ਸੀ ਲੱਤਾ ਗਿਆ। ਉਹ ਵੀ ਸਰ ਉਸ ਟਾਈਮ ਇਹ ਬੋਲਿਆ ਗਿਆ ਸੀ ਕਿ ਜਿਹੜੇ ਕੋਵਿਡ ਗਾਈਡਲਾਈਨਸ ਕਰਕੇ ਹੈ, ਜਿਹੜਾ ਕਿ ਕਿਉਂਕਿ ਉਸ ਟਾਈਮ ਸਰ ਜਿੰਨੇ ਵੀ ਐਗਜ਼ਾਮ ਸੀਗੇ ਈਵਨ ਕਿ ਸਾਰੇ ਪੋਸਟਪੋਨ ਕਰ ਦਿੱਤੇ ਹਾਂ, ਗਏ ਸੀ। ਉਹ ਸਾਰੇ ਐਗਜ਼ਾਮ ਹਾਂਜੀ ਕੋਈ ਵੀ ਜਿੰਨਾ ਵੀ ਦੇਖੋ ਆਰਮੀ ਦੀ ਭਰਤੀ ਦਾ ਸੀਗਾ, ਹਾਂਜੀ ਪੁਲਿਸ ਦੀ ਭਰਤੀ ਦਾ, ਸਾਰੇ ਐਗਜ਼ਾਮ ਕੈਂਸਲ ਹੋਏ ਸੀ ਹਾਂਜੀ ਉਸ ਸਰ ਟਾਈਮ। ਤੇ ਉਸ ਟਾਈਮ ਤੁਹਾਡਾ ਐਗਜ਼ਾਮ ਨਹੀਂ ਲਿਆ ਗਿਆ, ਹਾਂਜੀ ਤੇ ਸਰ ਉਹਦਾ ਤੁਹਾਨੂੰ ਦੱਸਿਆ ਗਿਆ ਸੀਗਾ ਵੀ ਬਾਅਦ ਦੇ ਵਿੱਚ ਤੁਹਾਡਾ ਕੋਈ ਐਗਜ਼ਾਮ ਹੋਊਗਾ ਜਾਂ ਨਹੀਂ? ਨਹੀਂ ਸਰ ਸਾਨੂੰ ਇਦਾਂ ਦਾ ਕੁਝ ਵੀ ਨਹੀਂ ਸੀ ਬੋਲਿਆ ਗਿਆ। ਈਵਨ ਕਿ ਸਾਨੂੰ ਇਹ ਜਦੋਂ ਕੈਪਟਨ ਸਾਹਿਬ ਨਾਲ ਸਾਡੀ ਵੀਡੀਓ ਕਾਨਫਰੰਸ ਦੇ ਥਰੂ ਗੱਲ ਹੋਈ ਸੀ ਤਾਂ ਉਹਨਾਂ ਨੇ ਇਹ ਬੋਲਿਆ ਸੀ ਕਿ ਤੁਹਾਨੂੰ ਬਿਨਾਂ ਕਿਸੇ ਸ਼ਰਤ ਤੇ ਪਹਿਲ ਦੇ ਆਧਾਰ ਤੇ ਅਸੀਂ 3 ਮਹੀਨੇ ਬਾਅਦ ਪੱਕਾ ਕਰਾਂਗੇ। ਪੱਕਾ ਤਾਂ ਸਰ ਕੀ ਕਰਨਾ ਸੀ, ਸਾਨੂੰ ਸਾਡੀਆਂ ਡਿਊਟੀਆਂ ਤੋਂ ਹੀ ਬਰਖਾਸਤ ਕਰ ਦਿੱਤਾ ਗਿਆ। ਤੇ ਤੁਹਾਡਾ ਜਿਹੜਾ ਪ੍ਰੋਟੈਸਟ ਹੈ ਇਹ ਕਿੰਨੇ ਟਾਈਮ ਤੋਂ ਚੱਲ ਰਿਹਾ? ਸਰ ਸਾਡਾ ਇਹ ਪ੍ਰੋਟੈਸਟ ਲਗਾਤਾਰ ਪਹਿਲਾਂ ਸਰ ਪਿਛਲੀ 30 ਸਤੰਬਰ ਤੋਂ ਪਹਿਲਾਂ ਦਾ ਹੀ ਚੱਲ ਰਿਹਾ ਹੈ। ਪਹਿਲਾਂ ਸਰ ਸਾਡੇ ਜਿਹੜੇ ਅਸੀਂ ਮੋਰਚਾ ਸੀ, ਪੱਕਾ ਮੋਰਚਾ ਸੀ, ਮੋਰਿੰਡੇ ਵੀ ਲਗਾਇਆ। ਉਸ ਤੋਂ ਬਾਅਦ ਸਰ ਖਰੜ, ਪਟਿਆਲਾ ਜਿਹੜਾ ਮੈਡੀਕਲ ਕਾਲਜ ਹੈ ਸਰ, ਉੱਥੇ ਵੀ ਸਾਡਾ ਲਗਾਤਾਰ ਮੋਰਚਾ ਚੱਲਦਾ ਰਿਹਾ, ਜਿੱਥੇ ਕਿ ਸਰ ਸਾਡਾ ਸਟਾਫ ਹੈ ਜਿਹੜਾ ਮਰਨ ਵਰਤ ਤੇ ਵੀ ਬੈਠਾ ਸੀ, ਜੋ ਕਿ ਖੁਦ ਭਗਵੰਤ ਮਾਨ ਸਾਹਿਬ, ਜੋ ਕਿ ਉਦੋਂ ਦੇ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਿਹਰਾ ਸੀਗੇ, ਉਹਨਾਂ ਨੇ ਆ ਕੇ ਸਾਨੂੰ ਇਹ ਦਿਲਾਸਾ ਦੇ ਕੇ, ਇਹ ਸਾਨੂੰ ਵਾਅਦਾ ਕਰਕੇ ਇਹ ਵਰਤ ਖੁਲਵਾਇਆ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਪਹਿਲ ਦੇ ਆਧਾਰ ਤੇ, ਜਿਵੇਂ ਕਿ ਪਹਿਲੀ ਜਿਹੜੀ ਮੀਟਿੰਗ ਹੋਣੀ ਹੈ 7 ਕੈਬਨਿਟ ਮੀਟਿੰਗ ਦੇ ਵਿੱਚ ਜਿਹੜੇ ਪਹਿਲੇ 7 ਵੱਡੇ ਫੈਸਲੇ ਹੋਣਗੇ, ਉਹਨਾਂ 'ਚ ਪਹਿਲਾ ਹਰਾ ਪੈਨ ਹੈ ਜਿਹੜਾ ਤੁਹਾਡੇ ਕੰਮ ਲਈ ਚਲਾਇਆ ਜਾਊਗਾ ਤੇ ਤੁਹਾਨੂੰ ਸਿੱਧਾ ਭਰਤੀ ਕੀਤਾ ਜਾਊਗਾ ਬਿਨਾਂ ਕਿਸੇ ਸ਼ਰਤ ਦੇ। ਠੀਕ ਹੈ ਜੀ। ਹਾਂਜੀ ਤੇ ਤੁਹਾਡਾ ਜਿਹੜੀ ਭਰਤੀ ਤੁਸੀਂ ਦੱਸ ਰਹੇ ਹੋਈ ਸੀਗੀ, ਉਹਦੇ ਚ ਕਿਹੜੀ ਕਿਹੜੀ ਯੂਨਿਟ ਦੀ ਭਰਤੀ ਸੀਗੀ? ਸਰ ਸਾਡੇ ਕੋਵਿਡ ਦੇ ਵਿੱਚ ਸਰ ਇੱਕ ਨਰਸਿੰਗ ਸਟਾਫ ਦੀ ਹੋਈ ਸੀ ਸਰ, ਨਾਲ ਪੈਰਾਮੈਡੀਕਲ ਸਟਾਫ ਸੀ ਜਿਹਦੇ ਵਿੱਚ ਕਿ ਟੈਕਨੀਸ਼ੀਅਨ ਸੀਗੇ, ਤੇ ਨਾਲ ਸਰ ਦਰਜਾ 4 ਦੀ ਹੋਈ ਸੀਗੀ। 3 ਮੈਡੀਕਲ ਕਾਲਜ ਸਰ, ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ। ਤੇ ਜਿਹੜੇ ਅੰਮ੍ਰਿਤਸਰ ਤੇ ਫਰੀਦਕੋਟ ਆ, ਉੱਥੇ ਵੀ ਤੁਹਾਡਾ ਪ੍ਰੋਜੈਕਟ ਚੱਲ ਰਿਹਾ, ਤੁਹਾਡੀ ਜਿਹੜੀ ਭਰਤੀ ਹੋਈ ਸੀਗੀ ਤੁਹਾਡੇ ਨਾਲ ਦੇ ਜਿਹੜੇ ਸਾਥੀਆਂ ਵੱਲੋਂ? ਨਹੀਂ ਸਰ ਉੱਥੇ ਜਿਹੜਾ ਸਾਡੇ ਨਾਲ ਦਾ ਸਟਾਫ ਹੈ, ਜਦੋਂ ਅਸੀਂ ਇਹੀ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਸਰ, ਜਿਹੜਾ ਕਿ ਉਹਨਾਂ ਨੂੰ ਚੋਣ ਜਾਬਤੇ ਦੇ ਵਿੱਚ ਹੀ ਜੁਆਇਨ ਕਰਵਾ ਲਿਆ ਗਿਆ ਸੀ, ਜਦੋਂ ਕਿ ਸਾਡੀ ਐਕਸਟੈਂਸ਼ਨ ਆਈ ਸੀ 31 ਮਾਰਚ ਤੱਕ ਦੀ। ਬਟ ਸਰ ਸਿਰਫ ਪਟਿਆਲੇ ਦਾ ਜਿਹੜਾ ਰਜਿੰਦਰਾ ਦਾ ਸਟਾਫ ਹੈ, ਉੱਥੋਂ ਦੇ ਸਟਾਫ ਨੂੰ ਹੀ ਜੁਆਇਨ ਨਹੀਂ ਸੀ ਕਰਵਾਇਆ ਗਿਆ ਉਹਨਾਂ ਤੇ ਪ੍ਰਿੰਸੀਪਲ ਸਰ ਵੱਲੋਂ। ਤੇ ਸਰ ਸਾਡੀ ਇਹੀ ਮੇਨ ਮੰਗ ਹੈ ਕਿ ਸਾਨੂੰ ਹੁਣ ਦੁਬਾਰਾ ਤੋਂ ਜੁਆਇਨ ਕਰਵਾਇਆ ਜਾਏ, ਜਦਕਿ ਸਾਡੇ ਨਾਲ ਦਾ ਸਟਾਫ ਹੈ ਜਿਹੜਾ ਫਰੀਦਕੋਟ ਤੇ ਅੰਮ੍ਰਿਤਸਰ ਵਾਲਾ, ਉਹ ਲਗਾਤਾਰ ਡਿਊਟੀਆਂ ਕਰ ਰਿਹਾ ਸਰ। ਅੱਛਾ, ਉਹ ਲਗਾਤਾਰ ਡਿਊਟੀ ਕਰ ਲਈ, ਉਹ ਜੁਆਇਨ ਕਰ ਰਹੇ ਨੇ, ਤੇ ਉਹਨਾਂ ਨੂੰ ਰੈਗੂਲਰ ਕੀਤਾ ਹੈ ਜਾਂ ਵੈਸੇ ਡਿਊਟੀ ਜੁਆਇਨ ਕਰਵਾਈ ਹੈ ਫਿਲਹਾਲ? ਨਹੀਂ ਸਰ ਹਜੇ ਰੈਗੂਲਰ ਦਾ ਉਹਨਾਂ ਦਾ ਕੋਈ ਨਹੀਂ ਹੈ, ਉਹਨਾਂ ਦੀ ਇਹੀ ਗੱਲ ਚੱਲ ਰਹੀ ਕਿ ਉਹਨਾਂ ਨੂੰ ਪਾਲਿਸੀ ਦੇ ਵਿੱਚ ਲਿਆ ਜਾਊਗਾ। ਬਟ ਸਰ ਉਹਨਾਂ ਦੀ ਜਿਹੜੀ ਸੈਲਰੀ ਹੈ ਸਾਨੂੰ 8000 ਦਿੱਤੀ ਜਾਂਦੀ ਸੀ ਪਟਿਆਲੇ ਵਾਲਿਆਂ ਨੂੰ, ਸਰ ਉਹਨਾਂ ਦੀ ਸੈਲਰੀ ਵੀ ਵਧਾ ਕੇ ਉਹਨਾਂ ਨੂੰ 11000 ਕੀਤੀ ਜਾ ਰਹੀ ਹੈ, ਤੇ ਉਹਨਾਂ ਨੂੰ ਅੱਗੇ ਵੀ ਉਹਨਾਂ ਦੀ ਪਾਲਿਸੀ ਦੇ ਵਿੱਚ ਲੈਣ ਦੀ ਤਿਆਰੀ ਚੱਲ ਰਹੀ ਹੈ। ਜੀ। ਤੇ ਇਹ ਜਿਹੜਾ ਪਟਿਆਲੇ ਦਾ ਸਟਾਫ ਹੈ, ਇਹਦੀ ਭਰਤੀ ਨਹੀਂ ਹੋਈ ਸਿਰਫ, ਇਹਨਾਂ ਨੂੰ ਦੁਬਾਰਾ ਡਿਊਟੀ ਜੁਆਇਨ ਨਹੀਂ ਕਰਾਈ? ਤੇ ਇਹਦੇ ਤੇ ਜਿਹੜੀ ਤੁਹਾਡੀ ਭਰਤੀ ਹੋਈ ਸੀ, ਇਹ ਸਰਕਾਰੀ ਕਿਸੇ ਸੰਸਥਾ ਵੱਲੋਂ ਕਰਵਾਈ ਗਈ ਸੀ ਜਾਂ ਕਿਸੇ ਕੰਪਨੀ ਨੂੰ ਕੰਟਰੈਕਟ ਦਿੱਤਾ ਗਿਆ ਸੀ? ਸਰ ਸਾਨੂੰ ਕੰਪਨੀ ਦੇ ਥਰੂ ਰੱਖਿਆ ਗਿਆ ਸੀ, ਕੰਟਰੈਕਟ ਦੇ ਥਰੂ ਆਊਟਸੋਰਸ ਬੇਸਿਸ ਤੇ ਰੱਖਿਆ ਗਿਆ ਸੀ ਸਾਨੂੰ। ਤੇ ਸਾਰੇ ਸਟਾਫ ਸੀ ਜਿੰਨਾ ਵੀ ਸਾਡਾ 786 ਟੋਟਲ ਸਟਾਫ ਸੀ, ਤਿੰਨੋਂ ਮੈਡੀਕਲ ਕਾਲਜ ਦਾ ਨਰਸਿੰਗ ਸਟਾਫ ਸੀ ਜਿਨ੍ਹਾਂ ਨੂੰ ਰੱਖਿਆ ਗਿਆ ਸੀ। ਬਟ ਸਿਰਫ ਹੁਣ ਇੱਕ ਸਰ ਪਟਿਆਲੇ ਦੀ ਹੈ ਜਿਹੜੇ ਕਿ ਰੀਜੁਆਇਨਿੰਗ ਨਹੀਂ ਹੋਈ ਹੈਗੀ, ਬਾਕੀ ਸਾਰਿਆਂ ਦੀ ਜੁਆਇਨਿੰਗ ਹੋ ਚੁੱਕੀ ਹੈ। ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਮੀਟਿੰਗ ਹੋਈ ਕੋਈ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨਾਲ? ਹਾਂਜੀ ਸਰ ਲਾਸਟ ਸ਼ਨੀਵਾਰ ਜਦੋਂ ਮਾਨ ਸਾਹਿਬ ਇੱਥੇ ਆਏ ਸੀ ਆਪਣੀ ਰਿਹਾਇਸ਼ ਵਿਖੇ, ਜਦੋਂ ਚੋਣਾਂ ਦੇ ਪ੍ਰਚਾਰ ਲਈ ਆਏ ਨੇ ਉਰੇ, ਤਾਂ ਜੀ। ਉਹਨਾਂ ਨੇ ਸਾਨੂੰ ਸਾਡੇ ਸਟਾਫ ਨੂੰ ਬੁਲਾਇਆ ਸੀ ਮੀਟਿੰਗ ਅੰਦਰ ਗੱਲ ਕਰਨ ਲਈ। ਤਾਂ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਤੁਹਾਡਾ ਜਿਹੜਾ ਕੰਮ ਅਸੀਂ ਕਰਾਂਗੇ, ਤੇ ਸਾਨੂੰ ਯਾਦ ਹੈ ਕਿ ਅਸੀਂ ਤੁਹਾਡੇ ਨਾਲ ਕੀ ਵਾਅਦਾ ਕੀਤਾ ਹੋਇਆ, ਅਸੀਂ ਤੁਹਾਡੀ ਜ਼ਰੂਰ ਸੁਣਵਾਈ ਕਰਾਂਗੇ। ਸਰ ਸਾਨੂੰ ਉਮੀਦ ਵੀ ਪੂਰੀ ਹੈ ਕਿ ਸਾਡੀ ਸੁਣਵਾਈ ਹੋਊਗੀ, ਜੇਕਰ ਨਹੀਂ ਹੁੰਦੀ ਤਾਂ ਸਾਡਾ ਜਿਹੜਾ ਮੋਰਚਾ ਇਦਾਂ ਹੀ ਪੱਕਾ ਚੱਲਦਾ ਰਹੂਗਾ ਉਰੇ। ਠੀਕ ਹੈ, ਪਰ ਇਹ ਦੱਸੋ ਵੀ ਦੇਖੋ ਮਾਨ ਸਾਹਿਬ ਨੇ ਤੁਹਾਨੂੰ ਬੁਲਾਇਆ, ਆਫੀਸ਼ੀਅਲ ਮੀਟਿੰਗ ਸੀ ਜਾਂ ਉਹ ਵੈਸੇ ਉਹਨਾਂ ਨੇ ਬੁਲਾਇਆ ਸੀ? ਨਹੀਂ ਸਰ ਉਹ ਅਫੀਸ਼ੀਅਲ ਮੀਟਿੰਗ ਨਹੀਂ ਸੀ। ਅਫੀਸ਼ੀਅਲ ਮੀਟਿੰਗ ਸਰ ਸਾਨੂੰ ਪਹਿਲਾਂ ਇੱਥੇ ਦਿੱਤੀ ਗਈ ਸੀ, ਇੱਥੋਂ ਦੇ ਪ੍ਰਸ਼ਾਸਨ ਵੱਲੋਂ ਸਾਨੂੰ ਦਵਾਈ ਗਈ ਸੀ ਜਦੋਂ ਅਸੀਂ ਇੱਥੇ ਰੋਡ ਜਾਮ ਕੀਤਾ ਸੀਗਾ। ਇੱਥੋਂ ਦੇ ਜਿਹੜੇ ਐਸਡੀਐਮ ਸਰ ਸੀ ਉਹ ਖੁਦ ਆ ਕੇ ਸਾਨੂੰ ਲੈਟਰ ਰਿਟਨ ਦੇ ਵਿੱਚ ਦੇ ਕੇ ਗਏ ਸੀ ਕਿ ਤੁਹਾਡੀ ਸੀਐਮ ਹਾਊਸ ਹੈ ਜਿਹੜਾ ਚੰਡੀਗੜ੍ਹ, ਉੱਥੇ ਤੁਹਾਡੀ ਮੀਟਿੰਗ ਸੀਐਮ ਦੇ ਨਾਲ ਹੈ। ਬਟ ਸਰ ਜਦੋਂ ਅਸੀਂ ਉੱਥੇ ਜਾਂਦੇ ਹਾਂ ਸਾਡੇ ਨਾਲ ਬਹੁਤ ਹੀ ਗੰਦਾ ਮਜ਼ਾਕ ਕੀਤਾ ਗਿਆ ਪ੍ਰਸ਼ਾਸਨ ਵੱਲੋਂ। ਉੱਥੇ ਜਾ ਕੇ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੀ ਸਾਡੀ ਮੀਟਿੰਗ ਹੈ ਉਹ ਫੇਕ ਹੈ। ਉੱਥੋਂ ਦੇ ਸਟਾਫ ਵੱਲੋਂ ਸਾਨੂੰ ਇਹ ਦੱਸਿਆ ਜਾਂਦਾ ਕਿ ਇਹ ਤੁਹਾਡੀ ਮੀਟਿੰਗ ਫੇਕ ਹੈ, ਇਹ ਇਸ ਲੈਟਰ ਬਾਰੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ, ਇਸ ਮੀਟਿੰਗ ਬਾਰੇ ਸਾਨੂੰ ਕੋਈ ਅੱਛਾ, ਇੱਥੋਂ ਦੇ ਜਿਹੜੇ ਸੰਗਰੂਰ ਦੇ ਐਸਡੀਐਮ ਸਾਹਿਬ ਨੇ, ਉਹਨਾਂ ਵੱਲੋਂ ਲੈਟਰ ਦਿੱਤਾ ਗਿਆ ਸੀਗਾ ਤੁਹਾਨੂੰ, ਮੀਟਿੰਗ ਲੈ ਕੇ ਦਿੱਤੀ ਗਈ ਸੀ, ਪਰ ਜਦੋਂ ਤੁਸੀਂ ਮੀਟਿੰਗ ਕਰਨ ਦੇ ਲਈ ਪਹੁੰਚਦੇ ਹੋ ਉਦੋਂ ਤੁਹਾਨੂੰ ਕਹਿ ਦਿੱਤਾ ਜਾਂਦਾ ਵੀ ਇਹ ਲੈਟਰ ਫੇਕ ਹੈ, ਇਦਾਂ ਦੀ ਕੋਈ ਮੀਟਿੰਗ ਦੀ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਸੀਐਮ ਹਾਊਸ ਦੇ ਵਿੱਚ ਇਦਾਂ? ਹਾਂਜੀ ਸਰ ਸਾਨੂੰ ਉੱਥੋਂ ਦੇ ਜਿਹੜੇ ਸਟਾਫ ਸੀ ਉਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਇਹ ਜਿਹੜੀ ਮੀਟਿੰਗ ਹੈ ਤੁਹਾਡੀ ਫੇਕ ਹੈ, ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ, ਇਹ ਲੈਟਰ ਸਾਨੂੰ ਨਹੀਂ ਪਤਾ ਇਹਦੇ ਤੇ ਜਿਹੜੇ ਸਾਈਨ ਹੈ ਕਿਹਦੇ ਆ। ਇਸੇ ਲਈ ਸਰ ਅਸੀਂ ਇੱਥੋਂ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਸਾਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਇਹ ਸਾਈਨ ਕਿਹਦੇ ਨੇ ਜਾਂ ਇਹ ਲੈਟਰ ਫੇਕ ਕਿੱਦਾਂ, ਉਹ ਕਿੱਦਾਂ ਕਹਿ ਸਕਦੇ। ਬਟ ਸਰ ਹਜੇ ਤੱਕ ਇਹਨੂੰ ਸਾਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਨਹੀਂ, ਇਸ ਗੱਲ ਦਾ ਫਿਰ ਜਦੋਂ ਤੁਸੀਂ ਇਹਨੇ ਐਸਡੀਐਮ ਸਾਹਿਬ ਨੂੰ ਮਿਲੇ ਹੋ ਤਾਂ ਉਹਨਾਂ ਨੇ ਕੀ ਕਿਹਾ? ਸਰ ਉਹਨਾਂ ਵੱਲੋਂ ਸਾਫ਼ ਮਨਾ ਕਰ ਦਿੱਤਾ ਗਿਆ ਕਿ ਅਸੀਂ ਤਾਂ ਤੁਹਾਨੂੰ ਐਕਚੁਅਲ ਮੀਟਿੰਗ ਹੀ ਦਵਾਈ ਸੀ, ਸਾਨੂੰ ਨਹੀਂ ਪਤਾ ਕਿ ਇਸ ਨੂੰ ਫੇਕ ਮੀਟਿੰਗ ਕਿਉਂ ਦੱਸਿਆ ਜਾ ਰਿਹਾ।
ਅੱਛਾ, ਤੇ ਹੁਣ ਤੁਹਾਡੀ ਜਿਹੜੇ ਜਾਣੀ ਕਿ ਮਾਨ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੋਈ ਹੈਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ? ਨਹੀਂ ਸਰ, ਹੁਣ ਕੋਈ ਮੀਟਿੰਗ ਨਹੀਂ ਹੋਈ ਹੈਗੀ। ਹਜੇ ਸਿਰਫ ਉਹਨਾਂ ਨੇ ਉਸ ਦਿਨ ਜਦੋਂ ਥੋੜੇ ਟਾਈਮ ਲਈ ਸਾਨੂੰ 5 ਜਾਂ 10 ਮਿੰਟ ਲਈ ਬੁਲਾਇਆ ਸੀ, ਉਹੀ ਬੁਲਾਇਆ ਸੀ ਤੇ ਉਹਨਾਂ ਨੇ ਇਹੀ ਭਰੋਸਾ ਦਿਵਾਇਆ ਕੰਮ ਤੇ ਕਰਨ ਦਾ। ਉਹਦੇ 'ਚ ਸਿਰਫ ਤੁਹਾਨੂੰ ਭਰੋਸਾ ਦਿਵਾਇਆ ਸੀਗਾ, ਪਰ ਕੀ ਉਹਨਾਂ ਨੇ ਤੁਹਾਨੂੰ ਕੋਈ ਜਿਹੜੀ ਲਿਖਤੀ ਪ੍ਰੂਫ ਦਿੱਤਾ ਸੀਗਾ ਜਾਂ ਤੁਹਾਨੂੰ ਕੋਈ ਪੱਕਾ ਵਾਅਦਾ ਕੀਤਾ ਸੀਗਾ ਵੀ ਇੰਨੇ ਟਾਈਮ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਜਿਹੜਾ ਇੰਤਜ਼ਾਮ ਆ ਉਹ ਕਰ ਦਿੱਤਾ ਜਾਊਗਾ, ਤੁਹਾਡੀ ਭਰਤੀ ਕਰ ਦਿੱਤੀ ਜਾਊਗੀ ਜਾਂ ਤੁਹਾਨੂੰ ਦੁਬਾਰਾ ਰੀਜੁਆਇਨ ਕਰਵਾਇਆ ਜਾਊਗਾ? ਨਹੀਂ ਸਰ, ਏਦਾਂ ਦਾ ਸਾਨੂੰ ਲਿਖਤੀ ਰੂਪ ਦੇ ਵਿੱਚ ਕੋਈ ਵੀ ਸਾਨੂੰ ਕੋਈ ਵਾਅਦਾ ਨਹੀਂ ਕੀਤਾ ਗਿਆ, ਕੋਈ ਸਾਨੂੰ ਲਿਖਤੀ ਰੂਪ ਦੇ ਵਿੱਚ ਸਾਨੂੰ ਨਹੀਂ ਦਿਲਾਸਾ ਦਿੱਤਾ ਗਿਆ। ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਜਲਦ ਤੋਂ ਜਲਦ ਹੈ ਜਿਹੜੀ ਸਾਡੀ ਇੱਕ ਲਿਖਤੀ ਰੂਪ ਦੇ ਵਿੱਚ ਸਾਡੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਤੇ ਸਾਨੂੰ ਟਾਈਮ ਪੱਕਾ ਦੱਸਿਆ ਜਾਵੇ ਕਿ ਕਿੰਨੇ ਟਾਈਮ ਦੇ ਵਿੱਚ ਹੈ ਜਿਹੜਾ ਸਾਡਾ ਪ੍ਰੋਸੈਸ ਚੱਲੂਗਾ ਤੇ ਸਾਨੂੰ ਕਿੰਨੇ ਟਾਈਮ ਦੇ ਵਿੱਚ ਜੁਆਇਨ ਕਰਵਾਇਆ ਜਾਊਗਾ। ਇਹੀ ਸਾਡੀ ਇਸ ਟਾਈਮ ਮੇਨ ਮੰਗ ਹੈ ਸਰ। ਠੀਕ ਹੈ ਜੀ। ਤੇ ਹਜੇ ਜਾਣੀ ਕਿ ਆਫੀਸ਼ੀਅਲੀ ਤੌਰ ਤੇ ਤੁਹਾਨੂੰ ਕੋਈ ਮੀਟਿੰਗ ਨਹੀਂ ਮਿਲੀ ਹੈਗੀ ਸੀਐਮ ਹਾਊਸ ਵੱਲੋਂ, ਆਮ ਆਦਮੀ ਪਾਰਟੀ ਦੇ ਕਿਸੇ ਵੀ ਕੈਬਨਿਟ ਮਿਨਿਸਟਰ ਵੱਲੋਂ ਜਾਂ ਕੋਈ ਵੀ ਐਮਐਲਏ? ਇੱਥੋਂ ਦੀ ਜਿਹੜੇ ਸੰਗਰੂਰ ਦੇ ਐਮਐਲਏ ਨੇ ਆਪਣੇ ਨਰਿੰਦਰ ਕੌਰ ਭਰਾਜ, ਉਹ ਖੁਦ ਇੱਕ ਲੇਡੀ ਨੇ, ਠੀਕ ਹੈ ਨਾ? ਉਹਨਾਂ ਨੂੰ ਤਾਂ ਤੁਹਾਡਾ ਦਰਦ ਹੋਣਾ ਚਾਹੀਦਾ ਸੀਗਾ ਕਿ ਉਹ ਤੁਹਾਡੇ ਕੋਲ ਆਏ ਨੇਗੇ ਤੁਹਾਡਾ ਹਾਲ ਚਾਲ ਪੁੱਛਣ ਦੇ ਲਈ, ਤੁਸੀਂ ਇੱਥੇ ਬੈਠੇ ਹੋ ਧੁੱਪ ਦੇ ਵਿੱਚ ਤੇ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਚੱਲ ਰਿਹਾ ਇਸ ਵਕਤ ਪੰਜਾਬ ਦਾ, ਤੇ ਤੁਹਾਡੇ ਕੋਲੇ ਕੋਈ ਪੁਖਤਾ ਪ੍ਰਬੰਧ ਵੀ ਨਹੀਂ ਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹਨਾਂ ਦਾ ਦਿਖਾਇਆ ਜਾਵੇ ਕਿ ਇਹ ਕਿਸ ਤਰ੍ਹਾਂ ਇੱਥੇ ਪ੍ਰੋਟੈਸਟ ਕਰ ਰਹੇ ਨੇ। ਨਾ ਕੋਈ ਸਿਰ ਤੇ ਛੱਤ ਆ, ਨਾ ਪਾਣੀ ਦੀ ਸੁਵਿਧਾ, ਨਾ ਕੋਈ ਬਿਜਲੀ ਦਾ ਪ੍ਰਬੰਧ ਹੈ, ਤੇ ਨਾ ਹੀ ਕੋਈ ਇੱਥੋਂ ਦੀ ਜਾਣੀ ਕਿ ਕੋਈ ਚਾਰ ਦੀਵਾਰੀ ਹੈ। ਇਹ ਮੇਨ ਰੋਡ ਆ, ਹਾਈਵੇ ਪੈਂਦਾ ਜੀ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਿਹੜਾ ਜੋੜਦਾ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਜਾਣੀ ਕਿ ਤੁਹਾਡੇ ਕੋਲ ਕੋਈ ਵੀ ਬੰਦਾ ਜਾਂ ਕੋਈ ਵੀ ਮੰਤਰੀ ਜਾਂ ਕੋਈ ਐਮਐਲਏ ਜਾਂ ਕੋਈ ਹੋਰ ਇਹਨਾਂ ਦਾ ਕਾਰਕੁਨ ਕੋਈ ਨਹੀਂ ਤੁਹਾਡੇ ਕੋਲ ਪਹੁੰਚਿਆ? ਨਹੀਂ ਸਰ, ਸਾਡੇ ਕੋਲ ਇੱਥੇ ਕੋਈ ਨਹੀਂ ਆਇਆ। ਸਾਡਾ ਸਟਾਫ, ਅਸੀਂ ਗਏ ਸੀਗੇ ਮੈਡਮ ਭਰਾਜ ਕੋਲ, ਉਹਨਾਂ ਨਾਲ ਅਸੀਂ ਉਹਨਾਂ ਨੂੰ ਇਹੀ ਰਿਕੁਐਸਟ ਕਰਨ ਗਏ ਸੀ ਕਿ ਸਾਨੂੰ ਕੋਈ ਨਾ ਕੋਈ ਮੀਟਿੰਗ ਸਰ ਨਾਲ ਦਵਾਈ ਜਾਵੇ ਜੀ। ਜਿਹਦੇ ਥਰੂ ਕਿ ਅਸੀਂ ਆਪਣੀ ਗੱਲ ਹੈ ਜਿਹੜੀ ਫੇਸ ਟੂ ਫੇਸ ਉਹਨਾਂ ਨਾਲ ਕਰ ਸਕੀਏ। ਕਿਉਂਕਿ ਸਰ ਬਾਕੀ ਸਾਰੇ ਅਗਰ ਅਸੀਂ ਕਰਦੇ ਹਾਂ, ਹੁਣ ਸਾਡੇ ਸਿਹਤ ਮੰਤਰੀ ਮੌਜੂਦਾ ਵੀ ਈਵਨ ਕਿ ਭਗਵੰਤ ਮਾਨ ਸਰ ਹੀ ਨੇ, ਤਾਂ ਅਸੀਂ ਇਹੀ ਬੋਲਿਆ ਸੀ ਕਿ ਸਾਡੀ ਮੀਟਿੰਗ ਕਰਵਾਈ ਜਾਵੇ ਅਸੀਂ, ਤਾਂ ਕਿ ਆਪਣਾ ਰਿਟਨ ਦੇ ਵਿੱਚ ਕੋਈ ਉਹਨਾਂ ਤੋਂ ਨੋਟੀਫਿਕੇਸ਼ਨ ਸਾਨੂੰ ਮਿਲ ਸਕੇ। ਬਟ ਸਰ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ। ਬਟ ਸਰ ਹਜੇ ਤੱਕ ਉਹ ਕੋਸ਼ਿਸ਼ ਸਾਨੂੰ ਕਿਤੇ ਰੰਗ ਲਿਆਉਂਦੀ ਦਿਖੀ ਨਹੀਂ ਹੈਗੀ ਸਰ। ਤੇ ਮੈਨੂੰ ਜਾਣੀ ਕਿ ਤੁਹਾਨੂੰ ਹਜੇ ਕੋਈ ਉਮੀਦ ਦੀ ਕਿਰਨ ਨਹੀਂ ਜਾਗ ਰਹੀ ਕਿਸੇ ਵੀ ਪਾਸੋਂ? ਨਹੀਂ ਸਰ, ਹਜੇ ਫਿਲਹਾਲ ਕੋਈ ਉਮੀਦ ਨਹੀਂ ਹੈ ਸਰ, ਕਿਉਂਕਿ ਇਹ ਲਾਰੇ ਨੇ ਜਾਂ ਜਿਹੜੇ ਵਾਅਦੇ ਨੇ ਇਹ ਤਾਂ ਅਸੀਂ ਬਹੁਤ ਟਾਈਮ ਤੋਂ ਲੈਂਦੇ ਆ ਰਹੇ ਹਾਂ। ਜਦੋਂ ਸਰ ਰਿਟਨ ਦੇ ਵਿੱਚ ਸਾਨੂੰ ਮੀਟਿੰਗ ਦਵਾ ਕੇ ਇੱਥੋਂ ਦਾ ਪ੍ਰਸ਼ਾਸਨ ਸਾਡਾ ਮਜ਼ਾਕ ਬਣਾ ਸਕਦਾ ਹੈ, ਤਾਂ ਹੁਣ ਤਾਂ ਸਾਨੂੰ ਇਹੀ ਉਮੀਦ ਹੈ ਕਿ ਸਿੱਧਾ ਸਾਡੇ ਨਾਲ ਭਗਵੰਤ ਮਾਨ ਸਰ ਦੀ ਮੀਟਿੰਗ ਹੋਵੇ, ਉਹ ਵੀ ਸਾਨੂੰ ਰਿਟਨ ਦੇ ਵਿੱਚ ਮਿਲੇ, ਸਰ ਨਾਲ ਗੱਲ ਹੋਵੇ ਤੇ ਜਿਹੜੀ ਨੈਕਸਟ ਸਾਡਾ ਕੁਝ ਵੀ ਪ੍ਰੋਸੈਸ ਉਹਨਾਂ ਨੇ ਚਲਾਉਣਾ ਸਾਨੂੰ ਰਿਟਨ ਦੇ ਵਿੱਚ ਦੱਸਿਆ ਜਾਵੇ ਕਿ ਸਾਡਾ ਪ੍ਰੋਸੈਸ ਕੀ ਚਲਾਉਣਗੇ, ਕਿੰਨੇ ਟਾਈਮ ਦੇ ਵਿੱਚ ਸਾਡੀ ਜਿਹੜੀ ਭਰਤੀ ਕਰਵਾਈ ਜਾਊਗੀ। ਠੀਕ ਹੈ। ਜੇ ਜਾਣੀ ਕਿ ਜਿਹੜੇ ਤੁਹਾਡੇ ਨਾਲ ਦੀ ਭਰਤੀ ਸੀਗੀ 2 ਯੂਨਿਟਾਂ ਫਰੀਦਕੋਟ ਤੇ ਅੰਮ੍ਰਿਤਸਰ ਯੂਨਿਟ ਦੇ ਜਿਹੜੇ ਵਲੰਟੀਅਰ ਸੀਗੇ ਉਹ ਜੁਆਇਨ ਕਰ ਚੁੱਕੇ ਨੇ, ਪਰ ਤੁਹਾਨੂੰ ਜੁਆਇਨ ਨਹੀਂ ਕਰਵਾਇਆ ਗਿਆ ਪਟਿਆਲਾ ਯੂਨਿਟ ਦੇ ਵਿੱਚ ਤੁਸੀਂ ਆਉਂਦੇ ਹੋ? ਹਾਂਜੀ ਸਰ, ਜਿਹੜੇ ਅਸੀਂ ਕੋਵਿਡ ਵਾਰੀਅਰਸ ਆ ਸਾਡੇ ਨਾਲ ਦਿਆਂ ਨੂੰ ਜੁਆਇਨ ਕਰਵਾ ਲਿਆ, ਬਟ ਪਟਿਆਲੇ ਵਾਲੇ ਰਜਿੰਦਰਾ ਹਸਪੀਟਲ ਦੇ ਜਿਹੜੇ ਨੇ ਉਹਨਾਂ ਨੂੰ ਨਹੀਂ ਕਰਵਾਇਆ ਜਾ ਰਿਹਾ। ਲਗਾਤਾਰ ਸਰ ਉੱਥੋਂ ਦੇ ਪ੍ਰਿੰਸੀਪਲ ਸਰ ਵੱਲੋਂ ਅਸੀਂ ਕਿਸੇ ਨਾਲ ਵੀ ਗੱਲ ਕਰਦੇ ਹਾਂ ਤਾਂ ਹਰ ਇੱਕ ਦਾ ਇੱਕੋ ਜਵਾਬ ਹੁੰਦਾ ਹੈ ਕਿ ਤੁਹਾਡੇ ਪ੍ਰਿੰਸੀਪਲ ਸਰ ਨਹੀਂ ਮੰਨ ਰਹੇ, ਤੁਹਾਡੇ ਪ੍ਰਿੰਸੀਪਲ ਸਰ ਨਹੀਂ ਮੰਨ ਰਹੇ ਹੈਗੇ। ਸਰ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਸਾਡੇ ਜਿਹੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸਰ ਨੇ ਉਹ ਕਿਤੇ ਸੀਐਮ ਤੋਂ ਉੱਪਰ ਹੋ ਗਏ ਕਿ ਉਹਨਾਂ ਦੀ ਉਹ ਕਿਸੇ ਦੀ ਵੀ ਨਹੀਂ ਸੁਣ ਰਹੇ ਹੈਗੇ। ਸਰ ਇਹ ਤਾਂ ਫਿਰ ਇਹਨਾਂ ਦੇ ਡਿਪਾਰਟਮੈਂਟ ਦਾ ਹੱਕ ਬਣਦਾ ਨਾ ਕਿ ਇਹ ਗੱਲ ਕਰਨ ਤੇ ਇਹ ਉਹਨਾਂ ਦਾ ਜਵਾਬ ਮੰਗਣ ਕਿ ਤੁਸੀਂ ਜੁਆਇਨ ਕਿਉਂ ਨਹੀਂ ਕਰਵਾ ਰਹੇ ਹੈਗੇ। ਬਟ ਸਰ ਹਰੇਕ ਕੋਈ ਇਹੀ ਕਹਿ ਕੇ ਪੱਲਾ ਝਾੜ ਦਿੰਦਾ ਕਿ ਨਹੀਂ, ਸਾਡੇ ਨਾਲ ਤਾਂ ਸਾਡੀ ਮੰਨ ਨਹੀਂ ਰਿਹਾ ਕੋਈ। ਨਹੀਂ, ਜਦੋਂ ਤੁਹਾਡੇ ਨਾਲ ਦੇ ਜਿਹੜੇ ਸਟਾਫ ਸੀਗਾ 2 ਯੂਨਿਟਾਂ ਦਾ, ਹਾਂਜੀ ਜਦੋਂ ਉਹਨਾਂ ਦਾ ਜੁਆਇਨਿੰਗ ਲੈਟਰ ਆ ਗਏ, ਉਹਨਾਂ ਨੇ ਡਿਊਟੀਆਂ ਜੁਆਇਨ ਕਰ ਲਈਆਂ, ਹਾਂਜੀ ਤਾਂ ਜਿਹੜੀ ਨੋਟੀਫਿਕੇਸ਼ਨ ਦੇ ਆਧਾਰ ਤੇ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ, ਹਾਂਜੀ। ਫਿਰ ਉਸੇ ਬੇਸਿਸ ਤੇ ਤੁਹਾਡਾ ਵੀ ਜੁਆਇਨ ਕਰਨ ਦਾ ਜਾਣੀ ਕਿ ਹੱਕ ਬਣਦਾ ਸੀਗਾ ਨਾ? ਬਿਲਕੁਲ ਸਰ, ਹੱਕ ਤਾਂ ਸਾਡਾ ਬਣਦਾ ਸੀ ਕਿਉਂਕਿ ਸਰ ਜਿਹੜੇ ਅਸੀਂ ਤਿੰਨੋਂ ਯੂਨਿਟ ਸੀਗੇ ਅਸੀਂ ਇਕੱਠੇ ਹੀ ਪ੍ਰੋਟੈਸਟ ਕਰ ਰਹੇ ਸੀ। ਸਾਡਾ ਪਟਿਆਲੇ ਚੱਲ ਰਿਹਾ ਸੀ, ਮੋਰਿੰਡੇ ਚੱਲ ਰਿਹਾ ਸੀ ਤੇ ਉਹਨਾਂ ਨੇ ਉੱਧਰ ਫਰੀਦਕੋਟ ਤੇ ਅੰਮ੍ਰਿਤਸਰ ਨਾਲ ਹੀ ਪ੍ਰੋਟੈਸਟ ਕੀਤਾ ਸੀਗਾ। ਬਟ ਸਰ ਗੱਲ ਉਹੀ ਹੈ, ਇੱਕੋ ਲੈਟਰ ਇੱਕੋ ਯੂਨਿਟ ਦੇ ਲਈ ਜਿਹੜਾ ਆ ਰਿਹਾ, ਤਿੰਨੋਂ ਯੂਨਿਟ ਜਿਹੜੀਆਂ ਕਿ ਕੰਬਾਈਨ ਨੇ, ਇੱਕ ਕੋਵਿਡ ਵਾਰਡ ਦੇ ਅੰਡਰ ਸਾਨੂੰ ਰੱਖਿਆ ਗਿਆ ਸੀ। 2 ਯੂਨਿਟਸ ਨੂੰ ਤੁਸੀਂ ਕਰਵਾਤਾ ਜੁਆਇਨ, ਤੇ ਜਿਹੜੇ ਅਸੀਂ ਪਟਿਆਲੇ ਵਾਲੇ ਹਾਂ ਸਾਨੂੰ ਬਿਲਕੁਲ ਹੀ ਅਣਦੇਖਾ ਕੀਤਾ ਜਾ ਰਿਹਾ, ਕੋਈ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ। ਅਸੀਂ ਇਹੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਾਡੀ ਜਿਹੜੀ ਸੁਣਵਾਈ ਕੀਤੀ ਜਾਵੇ ਤੇ ਸਾਨੂੰ ਜਿਹੜਾ ਸਾਡੀ ਡਿਊਟੀਆਂ ਤੇ ਬਹਾਲ ਕੀਤਾ ਜਾਵੇ। ਨਹੀਂ ਤਾਂ ਸਰ ਸਾਡਾ ਮੋਰਚਾ ਜਿਹੜਾ ਅਸੀਂ ਇਦਾਂ ਹੀ ਚੱਲਦਾ ਰਹੂਗਾ ਲਗਾਤਾਰ, ਤੇ ਜਿਹੜੇ ਅੱਗੋਂ ਦੇ ਸਾਡੇ ਐਕਸ਼ਨਸ ਹੋਣਗੇ ਫਿਰ ਉਹ ਵੀ ਹੋਰ ਅੱਗੇ ਤਿੱਖੇ ਹੁੰਦੇ ਜਾਣਗੇ। ਜਾਣੀ ਕਿ ਆਮ ਆਦਮੀ ਦੀ ਜਿਹੜੀ ਸਰਕਾਰ ਆ, ਕਿਤੇ ਨਾ ਕਿਤੇ ਤੁਹਾਨੂੰ ਉਹਦੇ ਤੋਂ ਵੀ ਨਿਰਾਸ਼ਾ ਮਿਲੀ ਆ, ਬਿਲਕੁਲ ਸਰ। ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਵੇਵ ਉੱਠੀ ਸੀਗੀ ਕਿ ਬਦਲਾਅ ਆਊਗਾ, ਹਾਂਜੀ ਸਰ। ਤੇ ਬਦਲਾਅ ਦੇ ਜਾਣੀ ਕਿ ਹਰ ਇੱਕ ਨੂੰ ਚਾਹਨਾ ਸੀ ਕਿ ਬਦਲਾਅ ਆਊਗਾ ਤੇ ਸਾਡੀ ਸੁਣਵਾਈ ਹੋਊਗੀ, ਪਰ ਬਦਲਾਅ ਦੇ ਤਹਿਤ ਤੁਹਾਡੀ ਕੋਈ ਸੁਣਵਾਈ ਹੋਈ ਜਾਂ ਨਹੀਂ? ਬਿਲਕੁਲ ਨਹੀਂ ਸਰ, ਇਹ ਸਭ ਨੂੰ ਪਤਾ ਸਰ ਇਸ ਵਾਰੀ ਜਿਹੜਾ ਬਦਲਾਅ ਆਇਆ ਜਿਹੜਾ ਸਰ ਇਹ ਜਿਹੜੇ ਉਦੋਂ ਮੁਲਾਜ਼ਮ ਸੀਗੇ ਇਹ ਉਹਨਾਂ ਦੇ ਕਰਕੇ ਹੀ ਆਇਆ। ਜਨਤਾ ਨੇ ਤਾਂ ਜਿਹੜਾ ਲਿਆਂਦਾ, ਇਹ ਜਿਹੜੇ ਮੁਲਾਜ਼ਮ ਉਸ ਟਾਈਮ 36,000 ਗਿਣਤੀ ਕੀਤੀ ਜਾਂਦੀ ਸੀ ਕਿ 36,000 ਮੁਲਾਜ਼ਮ, 36,000 ਮੁਲਾਜ਼ਮ, ਇਹ ਉਹਨਾਂ ਦੇ ਹੀ ਕਰਕੇ ਬਦਲਾਅ ਆਇਆ ਸੀ। ਅਸੀਂ
ਘਰ ਘਰ ਜਾ ਕੇ ਵੀ ਈਵਨ ਕਿ ਇਹਨਾਂ ਲਈ ਵੋਟਸ ਮੰਗੀਆਂ ਸੀਗੀਆਂ, ਉਦੋਂ ਇਹਨਾਂ ਦੇ ਲਈ ਕੈਂਪੇਨਿੰਗ ਵੀ ਕੀਤੀ। ਬਟ ਸਰ ਅੱਜ ਸਾਨੂੰ ਬੜੀ ਨਿਰਾਸ਼ਾ ਨਾਲ ਕਹਿਣਾ ਪੈਂਦਾ ਕਿ ਅੱਜ ਹਜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮਾਂ ਨੇ ਇਹਨਾਂ ਦਾ ਸਾਥ ਦਿੱਤਾ, ਬਟ ਮੁਲਾਜ਼ਮ ਹੀ ਅੱਜ ਇਹਨਾਂ ਦੇ ਬਾਹਰ 'ਚ ਧਰਨਾ ਲਾ ਕੇ ਬੈਠੇ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹਜੇ ਤੱਕ। ਤੇ ਇੱਥੇ ਜਦੋਂ ਭਗਵੰਤ ਮਾਨ ਸਾਹਿਬ ਆਉਂਦੇ ਨੇ, ਕੀ ਗੱਲ ਉਹ ਤੁਹਾਨੂੰ ਵੇਖਦੇ ਨਹੀਂ? ਸਰ ਦੇਖਦੇ ਹਾਂ, ਬਟ ਸਰ ਲਾਸਟ ਟਾਈਮ ਜਦੋਂ ਆਏ ਸੀ ਸਿਰਫ ਉਹਨਾਂ ਨੇ ਉਦੋਂ ਬੁਲਾਇਆ, ਉਸ ਤੋਂ ਪਹਿਲਾਂ ਇੱਕ ਵਾਰੀ ਆਏ ਸੀ ਤਾਂ ਸਰ ਉਹ ਜਿਸ ਦਿਨ ਉਰੇ ਰੈਲੀ ਹੋਈ ਸੀ ਸੰਗਰੂਰ ਦੇ ਵਿੱਚ, ਤਾਂ ਉਹ ਦੇਖ ਕੇ ਜਸਟ ਇੱਥੇ ਤੇ ਆਪਣਾ ਲੰਘ ਗਏ ਨੇ, ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਅਣਦੇਖਾ ਕੀਤਾ ਜਾ ਰਿਹਾ, ਯਾਨੀ ਕਿ ਕੋਈ ਸੀਰੀਅਸ ਨਹੀਂ ਲਿਆ ਜਾ ਰਿਹਾ ਕਿ ਨੌਜਵਾਨ ਬੱਚੀਆਂ ਇੱਥੇ ਸੜਕ ਦੇ ਕਿਨਾਰੇ ਬੈਠੀਆਂ ਨੇ। ਬਿਲਕੁਲ ਸਰ, ਸਾਡੀ ਸੇਫਟੀ ਦਾ ਕੋਈ ਇੱਥੇ ਉਹ ਨਹੀਂ ਹੈਗਾ ਸਰ। ਰਾਤ ਨੂੰ ਵੀ ਅਸੀਂ ਇੱਥੇ ਸੁੱਤੇ ਹੁੰਦੇ ਹਾਂ, ਸਾਰਾ ਟ੍ਰੈਫਿਕ ਇੱਧਰ ਆਉਂਦਾ, ਕਈ ਵਾਰੀ ਕਾਰਸ ਵਗੈਰਾ ਇੱਧਰ ਆਉਂਦੀਆਂ। ਰਾਤ ਨੂੰ ਸਾਡੀ ਸਿਕਿਉਰਿਟੀ ਦਾ ਕੋਈ ਉਹ ਨਹੀਂ ਹੈਗਾ ਸਰ। ਖਾਣ ਪੀਣ ਦਾ ਵੀ ਤੁਹਾਡੇ ਸਾਹਮਣੇ ਹੈ, ਛੱਤ ਦਾ ਕੋਈ ਅਰੇਂਜਮੈਂਟ ਨਹੀਂ ਹੈ ਸਾਡੇ। ਛੱਤ ਦਾ ਤਾਂ ਹੁਣ ਦੇਖ ਸਕਦੇ ਹਾਂ ਆਪਾਂ, ਹਾਲਾਤ ਨੇ ਜਿਹੜੇ ਇੱਥੋਂ ਦੇ ਵੀ, ਹਵਾ ਚੱਲ ਰਹੀ ਹੈ, ਤੱਤੀ ਹਵਾ ਹੈ, ਟੈਂਪਰੇਚਰ ਬਹੁਤ ਹਾਈ ਹੈ, ਤੇ ਸ਼ਾਮ ਤੱਕ ਤਾਂ ਮੇਰਾ ਖਿਆਲ ਇਹ ਸਾਰਾ ਫਰਸ਼ ਆ ਜਿਹੜਾ ਗਰਮ ਪੂਰੀ ਤਰ੍ਹਾਂ ਹੋ ਜਾਂਦਾ ਹੋਊਗਾ। ਹਾਂਜੀ ਸਰ, ਕੋਈ ਚੈਨ ਨਹੀਂ ਆਉਂਦਾ ਹੈਗਾ ਇੱਥੇ ਬੈਠਿਆਂ ਨੂੰ। ਬਿਲਕੁਲ ਸਰ, ਸਾਡੀ ਮਜਬੂਰੀ ਹੈ ਇੱਥੇ ਬੈਠਣਾ ਤੇ ਆਪਣੇ ਹੱਕ ਲੈ ਕੇ ਹੀ ਇੱਥੋਂ ਅਸੀਂ ਜਾਵਾਂਗੇ। ਜਦ ਤੱਕ ਸਾਡੇ ਹੱਕ ਸਾਨੂੰ ਨਹੀਂ ਦਿੱਤੇ ਜਾਂਦੇ ਅਸੀਂ ਇੱਥੋਂ ਬਿਲਕੁਲ ਨਹੀਂ ਹਿੱਲਣ ਲੱਗੇ ਤੇ ਹੈਗੇ। ਜਿਹੜੀ ਤੁਹਾਡੀ ਅੱਗੇ ਦੀ ਜਿਹੜੀ ਰਣਨੀਤੀ ਆ, ਉਹ ਪ੍ਰੋਟੈਸਟ ਨੂੰ ਲੈ ਕੇ ਕੀ ਹੈ ਵੀ ਅੱਗੇ ਤੁਸੀਂ ਜੇ ਤੁਹਾਡੀ ਕੋਈ ਵੀ ਮੰਗ ਜਾਂ ਤੁਹਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ, ਤੁਹਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤੇ ਫਿਰ ਤੁਹਾਡੀ ਅੱਗੇ ਦੀ ਰਣਨੀਤੀ ਕੀ ਹੈ? ਸਰ ਅੱਗੇ ਦੀ ਰਣਨੀਤੀ ਸਾਡੀ ਇਹੀ ਹੈ ਕਿ ਜੇ ਸਾਡੀ ਹਜੇ ਸੁਣਵਾਈ ਨਹੀਂ ਕੀਤੀ ਜਾਂਦੀ, ਕਿਉਂਕਿ ਸਰ ਹੁਣ 23 ਤੋਂ ਲੈ ਕੇ 27 ਦੇ ਵਿੱਚ ਇੱਕ ਸੈਸ਼ਨ ਚੱਲਣਾ ਜਿਹੜਾ ਕਿ ਬਜਟ ਪਾਸ ਹੋਣਾ। ਜੇਕਰ ਸਾਡੀ ਉਹਦੇ ਵਿੱਚ ਵੀ ਗੱਲ ਨਹੀਂ ਕੀਤੀ ਜਾਂਦੀ, ਸਾਡਾ ਮੁੱਦਾ ਉਹਦੇ ਵਿੱਚ ਨਹੀਂ ਚੱਕਿਆ ਜਾਂਦਾ, ਤਾਂ ਸਰ ਜਿਹੜੇ ਅੱਗੇਲੇ ਸਾਡੇ ਐਕਸ਼ਨ ਹੋਣਗੇ ਉਹ ਬਹੁਤ ਗੁਪਤ ਹੋਣਗੇ ਤੇ ਉਹ ਫਿਰ ਇਹਨਾਂ ਨੂੰ ਉਦੋਂ ਹੀ ਦੇਖਣ ਨੂੰ ਮਿਲੇਗਾ। ਜਿੱਦਾਂ ਕਿ ਪਹਿਲਾਂ ਸਾਡੇ ਐਕਸ਼ਨ ਹੁੰਦੇ ਰਹੇ ਨੇ, ਤਾਂ ਫਿਰ ਉਹ ਐਕਸ਼ਨ ਵੀ ਅੱਗੇ ਇਹਨਾਂ ਦੇ ਹਾਂ, ਬਹੁਤ ਤਿੱਖੇ ਹੀ ਹੋਣਗੇ। ਤੁਸੀਂ ਦੱਸਿਆ ਵੀ ਤੁਸੀਂ 2022 ਦੇ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਅੰਤਰਗਤੀ ਬਹੁਤ ਜ਼ਿਆਦਾ ਵੱਡੀ ਕੰਪੇਨ ਕੀਤੀ ਹੈ, ਹਾਂਜੀ ਕਿਉਂਕਿ ਤੁਸੀਂ ਉਸ ਟਾਈਮ ਕਰੋਨਾ ਦੇ ਮੌਜੂਦਾ ਵਲੰਟੀਅਰ ਸੀਗੇ, ਸਰ, ਹਾਂਜੀ ਕੋਵਿਡ ਵਾਰੀਅਰਸ। ਕੋਵਿਡ ਵਾਰੀਅਰਸ ਹਾਂਜੀ ਦੇ ਵਿੱਚ ਹਾਂਜੀ ਹੇਠ ਰਾਹੀਂ ਤੁਸੀਂ ਜੌਬ ਕਰ ਰਹੇ ਸੀਗੇ, ਹਾਂਜੀ ਸਰ, ਔਨ ਡਿਊਟੀ ਸੀਗੇ, ਹਾਂਜੀ ਤੇ ਦੂਸਰੀਆਂ ਸਰਕਾਰਾਂ ਤੋਂ ਤੁਸੀਂ ਅੱਕ ਚੁੱਕੇ ਸੀਗੇ ਕਿਉਂਕਿ ਤੁਹਾਨੂੰ ਲਾਰੇ ਲਾ ਰਹੀਆਂ ਸੀਗੀਆਂ। ਕਾਂਗਰਸ ਪਾਰਟੀ ਨੇ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ। ਬਿਲਕੁਲ ਸਰ, ਸਾਡੇ ਨਾਲ ਸਾਰੀਆਂ ਸਰਕਾਰਾਂ ਸਰ, ਪਿਛਲੀ ਕਾਂਗਰਸ ਪਾਰਟੀ ਸੀ, ਅਗਰ ਉਹ ਸਾਡਾ ਹੱਲ ਕਰ ਦਿੰਦੇ, ਚੰਨੀ ਸਾਹਿਬ ਸਾਡੇ ਜਦੋਂ ਸਰ ਉਹਨਾਂ ਦੇ ਬਾਅਦ 'ਚ ਵੀ ਅਸੀਂ 2 ਮਹੀਨੇ ਬੈਠ ਰਹੇ ਹਾਂ, ਜੇ ਉਹੀ ਸਾਡੀ ਸੁਣਵਾਈ ਕਰ ਲੈਂਦੇ, ਜਾਂਦੇ ਜਾਂਦੇ ਸਾਡਾ ਕੰਮ ਕਰ ਦਿੰਦੇ, ਤਾਂ ਸ਼ਾਇਦ ਸਾਨੂੰ ਇੰਨੀ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪੈਂਦਾ। ਬਟ ਸਰ ਉਹਨਾਂ ਨੇ ਕੰਮ ਦਾ ਕੀ ਕਰਨਾ ਸੀ, ਈਵਨ ਕਿ ਸਾਨੂੰ ਸਾਡੀਆਂ ਨੌਕਰੀਆਂ ਜਿਹੜੀਆਂ ਅਸੀਂ ਨੌਕਰੀਆਂ ਕਰ ਰਹੇ ਸੀ 8,000 ਰੁਪਏ ਮਹੀਨਾ ਲੈ ਕੇ, ਉਹਦੇ ਤੋਂ ਵੀ ਬੇਰੁਜ਼ਗਾਰ ਕਰ ਦਿੱਤਾ ਤੇ ਲੋਕ ਸਾਨੂੰ ਮਜਬੂਰ ਕਰਤਾ ਕਿ ਅਸੀਂ ਸੜਕਾਂ ਤੇ ਆ ਜਾਈਏ। ਇੱਥੇ ਸੜਕਾਂ ਤੇ ਰੁਲਣ ਲਈ ਸਾਨੂੰ ਛੱਡਤਾ ਸਰ। ਤੇ ਹੁਣ ਆਮ ਆਦਮੀ ਪਾਰਟੀ ਵੀ ਉਹੀ ਰੋਲ ਅਦਾ ਕਰ ਰਹੀ ਆ ਜਿਹੜਾ ਕਿ ਕਾਂਗਰਸ ਪਾਰਟੀ ਨੇ ਕੀਤਾ। ਸਰ ਹਾਲ ਦੀ ਘੜੀ 'ਚ ਤਾਂ ਇਹੀ ਕਵਾਂਗੇ ਕਿ ਜਿਹੜੀਆਂ ਸਰਕਾਰਾਂ ਪਿਛਲੀਆਂ ਦਾ ਹਾਲ ਸੀ ਉਹੀ ਇਹਨਾਂ ਦਾ। ਬਟ ਸਰ ਇਹਨਾਂ ਤੋਂ ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਕੁਛ ਨਾ ਕੁਛ ਸ਼ਾਇਦ ਚੇਂਜ ਲੈ ਆਉਣ, ਤੇ ਸਾਨੂੰ ਉਮੀਦ ਹੈ ਵੀ ਇਹ ਸਾਡਾ ਕੁਛ ਨਾ ਕੁਛ ਹੱਲ ਜ਼ਰੂਰ ਕਰਨਗੇ। ਜੇਕਰ ਨਹੀਂ ਕਰਦੇ ਸਰ, ਤਾਂ ਜਿਵੇਂ ਪਿਛਲੀਆਂ ਸਰਕਾਰਾਂ ਦੇ ਖਿਲਾਫ ਖੜਦੇ ਰਹੇ ਹਾਂ, ਤਾਂ ਫਿਰ ਸਰ ਸਰਕਾਰ ਇਹ ਵੀ ਉੱਦਾਂ ਹੀ ਹੈ। ਜੇ ਉਹ ਬਦਲ ਸਕਦੀਆਂ ਨੇ ਤਾਂ ਇਹਨਾਂ ਨੂੰ ਬਦਲਣ ਲੱਗੇ ਵੀ ਜ਼ਿਆਦਾ ਟਾਈਮ ਨਹੀਂ ਲੱਗਣਾ। ਜੀ, ਚਲੋ ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਵੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ। ਜਿੰਨਾ ਵੀ ਹੋ ਸਕਿਆ। ਤੇ ਤੁਸੀਂ ਸੱਚ ਲੰਗਰ ਦਾ ਜਿਹੜਾ ਤੁਹਾਡਾ ਅਰੇਂਜਮੈਂਟ ਆ ਉਹ ਤੁਸੀਂ ਕਿੱਦਾਂ ਕਰ ਰਹੇ ਹੋ? ਸਰ ਰੋਟੀ ਪਾਣੀ ਸਾਡਾ ਸਰ ਸਟਾਫ ਜਿਹੜੇ ਇੱਧਰ ਲੋਕਲ ਨੇ ਜਾਂ ਕੋਈ ਸਰ ਉਹਨਾਂ ਤੋਂ ਹੀ ਅਸੀਂ ਅਰੇਂਜਮੈਂਟ ਕਰਵਾਉਂਦੇ ਹਾਂ। ਉਹ ਸਾਨੂੰ ਆ ਕੇ ਜਿਵੇਂ ਰੋਟੀ ਪਾਣੀ ਘਰੋਂ ਲਿਆਉਂਦੇ ਨੇ, ਉੱਦਾਂ ਹੀ ਚੱਲ ਰਿਹਾ ਸਰ। ਬਾਕੀ ਹੋਰ ਕੋਈ ਖਾਸ ਉਰੇ ਸਾਡਾ ਯਾਨੀ ਅਰੇਂਜਮੈਂਟ ਹੈ ਨਹੀਂ। ਕਿ ਜਿਹੜੇ ਤੁਹਾਡੇ ਨਾਲ ਦੇ ਸਟਾਫ ਦੇ ਜਿਨ੍ਹਾਂ ਹਾਂਜੀ ਨਾਲ ਸਰ। ਤੁਸੀਂ ਜੌਬ ਕਰਦੇ ਸੀਗੇ, ਹਾਂਜੀ ਤੁਸੀਂ ਸਰ। ਆਪਣੇ ਤੌਰ ਤੇ ਹੀ ਆਪਦਾ ਪ੍ਰਬੰਧ ਕਰ ਰਹੇ ਹਾਂਜੀ ਹੋ? ਸਰ, ਇੱਥੇ ਸਾਰੇ ਇਹੋ ਜਿਹੇ ਪ੍ਰਬੰਧ ਅਸੀਂ ਆਪਣੇ ਆਪ ਹੀ ਕਰ ਰਹੇ ਹਾਂ, ਖਾਣ ਦਾ ਪੀਣ ਦਾ ਵੀ। ਬਾਕੀ ਸਰ ਹੋਰ ਕੋਈ ਖਾਸ ਪ੍ਰਬੰਧ ਉਰੇ ਹੈ ਵੀ ਨਹੀਂ ਨਾ ਸਰ। ਤੇ ਜਿਹੜੇ ਆਹ ਫਟੇ ਹੋਏ ਟੈਂਟ ਨੇ, ਹਾਂਜੀ ਤੇ ਚਲੋ ਫਟੇ ਹੋਏ ਤਾਂ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ, ਕਿਉਂਕਿ ਉਹ ਇਸ ਟਾਈਮ ਸਾਨੂੰ ਆਸਰਾ ਦੇ ਰਹੇ ਨੇ, ਬਿਲਕੁਲ ਸਰ, ਤੇ ਬਿਲਕੁਲ। ਇਹ ਤੁਹਾਨੂੰ ਕਿੱਥੋਂ ਪ੍ਰੋਵਾਈਡ ਹੋਏ ਨੇ? ਸਰ ਇਹ ਉਗਰਾਹਾਂ ਜਥੇਬੰਦੀ ਵੱਲੋਂ ਆਏ ਸੀ ਸਾਡੇ ਕੋਲ ਪ੍ਰਧਾਨ ਜੀ, ਤੇ ਉਹ ਸਾਨੂੰ ਪ੍ਰੋਵਾਈਡ ਕਰਵਾ ਕੇ ਗਏ ਨੇ। ਕਿਉਂਕਿ ਸਰ ਪਿਛਲੇ ਕੁਝ ਦਿਨਾਂ 'ਚ ਤੁਹਾਨੂੰ ਵੀ ਪਤਾ ਕਿ ਇੱਥੇ ਕਾਫੀ ਤੇਜ਼ ਮੀਂਹ, ਹਨੇਰੀ ਝੱਖੜ ਬਹੁਤ ਕੁਛ ਆਇਆ, ਤੇ ਤਾਂ ਉਸ ਉਦੋਂ ਵੀ ਟਾਈਮ ਤੁਸੀਂ ਇੱਥੇ ਹੀ ਸੀਗੇ? ਸਰ ਇੱਥੇ ਹੀ ਸੀਗੇ। ਤੇ ਸਰ ਉਸ ਟਾਈਮ ਰਾਤ ਨੂੰ ਸਾਨੂੰ ਆ ਕੇ ਸਰ ਨੇ ਟਰਾਲੀਆਂ ਦਿੱਤੀਆਂ ਤੇ ਆ ਸਾਡਾ ਜਿਹੜਾ ਟੈਂਟ ਪਵਾਏ ਨੇ ਉਰੇ, ਤੇ ਜਿਹਦੇ ਲਈ ਕਿ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਔਖੀ ਘੜੀ ਦੇ ਵਿੱਚ ਇੱਕ ਸਾਡੇ ਤੋਂ ਇਲਾਵਾ ਸਾਡੇ ਨਾਲ ਜਦੋਂ ਕੋਈ ਬੰਦਾ ਨਹੀਂ ਖੜ ਰਿਹਾ ਹੈਗਾ, ਤਾਂ ਉਸ ਟਾਈਮ ਸਿਰਫ ਉਹੀ ਨੇ ਜਿਹੜਾ ਸਾਡਾ ਸਾਥ ਦੇ ਰਹੇ ਨੇ ਤੇ ਸਾਨੂੰ ਲਗਾਤਾਰ ਹੌਸਲਾ ਦੇ ਰਹੇ ਨੇ ਕਿ ਤੁਸੀਂ ਆਪਣਾ ਸੰਘਰਸ਼ ਕਰਦੇ ਰਹੋ ਤੇ ਸਾਡੀ ਬਹੁਤ ਹੈਲਪ ਕਰ ਰਹੇ ਜੀ। ਹੋ। ਦੇਖੋ ਦੋਸਤੋ, ਤੁਸੀਂ ਆਪ ਸਭ ਨੇ ਵੇਖਿਆ ਕਿ ਕਿੱਦਾਂ ਸਾਡੇ ਪੰਜਾਬ ਦੀਆਂ ਬੱਚੀਆਂ ਇੱਥੇ ਧੁੱਪੇ ਸੜ ਰਹੀਆਂ ਨੇ, ਪ੍ਰੋਟੈਸਟ ਕਰ ਰਹੀਆਂ ਨੇ, ਤੇ ਸਰਕਾਰਾਂ ਬਿਲਕੁਲ ਸੁੰਨ ਨੇ, ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਭਗਵੰਤ ਮਾਨ ਸਰਕਾਰ। ਇਹਨਾਂ ਵੱਲ ਕੋਈ ਗੌਰ ਨਹੀਂ ਕਰ ਰਹੀ, ਤੇ ਇੱਥੇ ਕੋਈ ਪੁਖਤਾ ਪ੍ਰਬੰਧ ਨਹੀਂ ਹੈ। ਪਰ ਫਿਰ ਵੀ ਇਹ ਜਿਹੜੇ ਭੈਣਾਂ ਨੇਗੀਆਂ ਇਸ ਸੰਘਰਸ਼ ਦੇ ਲਈ ਇੱਥੇ ਬੈਠੀਆਂ ਨੇ, ਡਟ ਕੇ ਮੁਕਾਬਲਾ ਕਰ ਰਹੀਆਂ ਨੇ ਹਾਲਾਤਾਂ ਦਾ। ਪਰ ਇੱਥੇ ਸਾਡੀ ਸਰਕਾਰ ਦੀ ਨਲਾਇਕੀ ਬੜੀ ਝਲਕਦੀ ਹੈ, ਕਿਉਂਕਿ ਦੇਖੋ ਮੇਨ ਹਾਈਵੇ ਹੈ, ਕੋਈ ਰੱਬ ਨਾ ਕਰੇ ਹਾਦਸੇ ਹੁੰਦੇ ਰਹਿੰਦੇ ਨੇ, ਹਾਦਸੇ ਹੁੰਦੇ ਰਹਿੰਦੇ ਨੇ।
ਜੇ ਕੋਈ ਕੋਈ ਵੀ ਵਹੀਕਲ ਓਵਰ ਆਊਟ ਆਫ ਕੰਟਰੋਲ ਹੋ ਕੇ ਇੱਥੇ ਇਹਨਾਂ ਦੇ ਉੱਪਰ ਆ ਚੜਿਆ ਤਾਂ ਫੇਰ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ? ਨੌਜਵਾਨ ਬੱਚੀਆਂ ਨੇ ਜਾਂ ਕੋਈ ਹੋਰ ਹੈਪਨਿੰਗ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੈ? ਕੀ ਗੱਲ ਸਰਕਾਰਾਂ ਨੂੰ ਦਿਸਦਾ ਨਹੀਂ? ਕਿਉਂ ਨੇ? ਕਿਉਂ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਸਰਕਾਰ? ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੇ ਬਹੁਤ ਉਮੀਦਾਂ ਰੱਖੀਆਂ ਸੀਗੀਆਂ ਕਿ ਸਾਡਾ ਕੋਈ ਨਾ ਕੋਈ ਇੰਤਜ਼ਾਮ ਹੋਊਗਾ, ਸਾਨੂੰ ਬਦਲ ਦੇ ਵਿੱਚ ਕੁਛ ਚੰਗਾ ਦੇਖਣ ਨੂੰ ਮਿਲੂਗਾ। ਪਰ ਇੱਥੇ ਕੀ ਹੋਇਆ? ਪ੍ਰੋਟੈਸਟ ਹੋਰ ਤੇਜ਼ ਹੋ ਗਏ, ਉਦਾਂ ਹੀ ਧਰਨੇ ਲੱਗ ਰਹੇ ਨੇ, ਨੌਜਵਾਨ ਬੱਚੀਆਂ ਸੜਕ ਤੇ ਰੁਲ ਰਹੀਆਂ ਨੇ, ਤੇ ਇਹਦਾ ਜ਼ਿੰਮੇਵਾਰ ਕੌਣ ਹੈ? ਭਗਵੰਤ ਮਾਨ ਜੀ ਗੌਰ ਕਰੋ, ਦੇਖੋ ਇੱਥੇ ਆ ਕੇ ਤੁਹਾਡਾ ਇੱਥੇ ਰਿਹਾਇਸ਼ ਵੀ ਹੈ, ਇੱਥੋਂ ਦੇ ਜਿਹੜੇ ਲੋਕਲ ਐਮਐਲਏ ਨੇ ਸੰਗਰੂਰ ਹਲਕੇ ਦੇ ਨਰਿੰਦਰ ਕੌਰ ਭਰਾਚ, ਉਹ ਖੁਦ ਇੱਕ ਫੀਮੇਲ ਨੇ, ਖੁਦ ਇੱਕ ਔਰਤ ਨੇ, ਉਹ ਤਾਂ ਕਮ ਸੇ ਕਮ ਔਰਤਾਂ ਦੇ ਦਰਦ ਨੂੰ ਸਮਝਣ, ਉਹ ਵੀ ਨਹੀਂ ਇੱਥੇ ਆ ਕੇ ਇਹਨਾਂ ਦਾ ਹਾਲ ਚਾਲ ਪੁੱਛ ਰਹੇ। ਤੇ ਇਹ ਨਾ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਹੈ, ਇੱਥੋਂ ਝਲਕਦੀ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਹੋਰ ਤੇਜ਼ ਕਰਾਂਗੇ ਜੇ ਸਾਡੀ ਕੋਈ ਸੁਣਵਾਈ ਨਹੀਂ ਕਰੇਗੀ। ਧੰਨਵਾਦ ਜੀ।